7ਵੇਂ ਹਫ਼ਤੇ ਦੇ ਇਸ ਤੀਜੇ ਲੈਕਚਰ ਵਿੱਚ ਹੁਣ ਅਸੀਂ ਉਸ ਸਾਰੀ ਮਸ਼ੀਨਰੀ ਦੀ ਵਰਤੋਂ ਕਰਾਂਗੇ ਜੋ ਅਸੀਂ ਪਿਛਲੇ 2 ਲੈਕਚਰਾਂ ਵਿੱਚ ਸਿੱਖਿਆ ਹੈ। ਅਸੀਂ ਹਰ ਉਹ ਚੀਜ਼ ਵਰਤਾਂਗੇ ਜੋ ਅਸੀਂ ਇੰਪੀਡੈਂਸ ਬਾਰੇ ਜਾਣਦੇ ਹਾਂ। ਜੋ ਅਸੀਂ ਇੱਕ ਮਹੱਤਵਪੂਰਨ ਨੂੰ ਹੱਲ ਕਰਨ ਲਈ ਐਨਰਜੀ ਦੇ ਟ੍ਰਾਂਸਫਰ ਬਾਰੇ ਜਾਣਦੇ ਹਾਂ। ਉਹ ਪ੍ਰੋਬਲਮ ਕਿਹੜੀ ਹੈ? ਐਨਰਜੀ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਟ੍ਰਾਂਸਫਰ ਕਰਨ ਦੀ ਪ੍ਰੋਬਲਮ ਅਤੇ ਵੇਵਸ ਨੂੰ ਨਿਯਮਿਤ ਤੌਰ ਤੇ ਐਨਰਜੀ ਅਤੇ ਇੱਥੋਂ ਤੱਕ ਕਿ ਸਿਗਨਲਾਂ ਨੂੰ ਟ੍ਰਾਂਸਫਰ ਕਰਨ ਲਈ ਬਹੁਤ ਸਾਰੀਆਂ ਪ੍ਰੈਕਟੀਕਲ ਐਪਲੀਕੇਸ਼ਨਾਂ ਵਿੱਚ ਵਰਤਿਆ ਜਾਂਦਾ ਹੈ। ਉਦਾਹਰਨ ਲਈ ਹਰ ਵਾਰ ਜਦੋਂ ਤੁਸੀਂ ਆਪਣੇ ਘਰ ਵਿੱਚ ਇੰਟਰਨੈੱਟ ਪ੍ਰਾਪਤ ਕਰਦੇ ਹੋ ਕਿਤੇ ਨਾ ਕਿਤੇ ਆਪਟੀਕਲ ਫਾਈਬਰ ਕੇਬਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅਤੇ ਇੱਕ ਪ੍ਰੈਕਟੀਕਲ ਪ੍ਰੋਬਲਮ ਇਹ ਹੈ ਕਿ ਅਜਿਹੀਆਂ ਕੇਬਲਾਂ ਕਦੇ-ਕਦਾਈਂ ਕੱਟੀਆਂ ਜਾ ਸਕਦੀਆਂ ਹਨ, ਅਤੇ ਜੋ ਆਮ ਤੌਰ ਤੇ ਕੀਤਾ ਜਾਂਦਾ ਹੈ ਉਸ ਨੂੰ ਸਪਲਾਈਸਿੰਗ ਕਿਹਾ ਜਾਂਦਾ ਹੈ। ਇਹ ਪੈਚ ਵਰਕ ਦੀ ਤਰ੍ਹਾਂ ਹੈ। ਤੁਸੀਂ ਉਹਨਾਂ ਨੂੰ ਕਿਸੇ ਤਰੀਕੇ ਨਾਲ ਇਕੱਠਾ ਜੋੜਦੇ ਹੋ ਅਤੇ ਕੇਬਲ ਨੂੰ ਦੁਬਾਰਾ ਚਾਲੂ ਕਰਦੇ ਹੋ। ਕੁਝ ਅਰਥਾਂ ਵਿੱਚ ਜੋ ਪਹਿਲਾਂ ਇੱਕ ਲੰਬੀ ਕੇਬਲ ਹੁੰਦੀ ਸੀ ਹੁਣ ਕੱਟ ਦਿੱਤੀ ਗਈ ਹੈ ਅਤੇ ਤੁਸੀਂ ਇਸ ਵਿੱਚ ਤੀਜੀ ਬੋਡੀ ਪੇਸ਼ ਕੀਤੀ ਹੈ। ਇਸ ਗੱਲ ਦੀ ਕੀ ਗਾਰੰਟੀ ਹੈ ਕਿ ਤੁਹਾਡੀ ਵੇਵ ਤੋਂ ਇੱਕ ਪਾਸੇ ਤੋਂ ਅੰਦਰ ਆਉਣ ਵਾਲੀ ਸਾਰੀ ਊਰਜਾ ਦੂਜੇ ਮੀਡੀਅਮ ਵਿੱਚ ਸਹੀ ਢੰਗ ਨਾਲ ਭੇਜੀ ਜਾਵੇਗੀ? ਅਸਲ ਵਿੱਚ ਆਮ ਤੌਰ ਤੇ ਅਜਿਹਾ ਨਹੀਂ ਹੋਵੇਗਾ। ਖੱਬੇ ਪਾਸਿਓਂ ਜੋ ਵੇਵ ਆ ਰਹੀ ਹੈ ਆਪਣੇ ਨਾਲ ਕੁਝ ਐਨਰਜੀ ਲੈ ਕੇ ਜਾਵੇਗੀ ਅਤੇ ਜਦੋਂ ਤੁਹਾਡੇ ਕੋਲ ਇਹਨਾਂ ਦੋ ਮੀਡੀਅਮ ਦੇ ਵਿਚਕਾਰ ਕਪਲਰ ਵਰਗੀ ਕੋਈ ਚੀਜ਼ ਹੁੰਦੀ ਹੈ ਤਾਂ ਐਨਰਜੀ ਦਾ ਨੁਕਸਾਨ ਹੁੰਦਾ ਹੈ। ਪ੍ਰੈਕਟੀਕਲ ਪ੍ਰੋਬਲਮ ਹੇਠਾਂ ਦਿੱਤੀ ਹੈ ਅਜਿਹੀਆਂ ਸਾਰੀਆਂ ਸਥਿਤੀਆਂ ਵਿੱਚ ਅਸੀਂ ਇਹ ਕਿਵੇਂ ਯਕੀਨੀ ਬਣਾਉਂਦੇ ਹਾਂ ਕਿ ਪੂਰੀ ਐਨਰਜੀ ਜੋ ਮੀਡੀਅਮ ਦੇ ਖੱਬੇ ਪਾਸੇ ਤੋਂ ਇੱਕ ਪ੍ਰੋਪੇਗੇਟਿੰਗ ਵੇਵ ਰਾਹੀਂ ਅੰਦਰ ਆ ਰਹੀ ਹੈ ਬਿਨਾਂ ਕਿਸੇ ਨੁਕਸਾਨ ਦੇ ਸੱਜੇ ਪਾਸੇ ਵਾਲੇ ਮੀਡੀਅਮ ਵਿੱਚ ਚਲੀ ਜਾਂਦੀ ਹੈ। ਦੂਜੇ ਸ਼ਬਦਾਂ ਵਿੱਚ ਅਸੀਂ ਐਨਰਜੀ ਦਾ ਖੱਬੇ ਤੋਂ ਸੱਜੇ ਪਾਸੇ ਤੱਕ ਸੰਪੂਰਨ ਟ੍ਰਾਂਸਫਰ ਚਾਹੁੰਦੇ ਹਾਂ, ਜਿਸ ਵਿੱਚ ਕੁਝ ਵੀ ਰਿਫਲੈਕਟ ਨਹੀਂ ਹੁੰਦਾ ਹੈ। ਇਸ ਲਈ ਇਹ ਪ੍ਰੈਕਟੀਕਲ ਪ੍ਰੋਬਲਮ ਹੈ। ਅਤੇ ਇੱਥੇ ਸਾਡੀਆਂ ਫਿਜ਼ਿਕਸ ਦੀਆਂ ਟਰਮਸ ਹਨ। ਇਸ ਤਰ੍ਹਾਂ ਅਸੀਂ ਇਸ ਪ੍ਰੋਬਲਮ ਦਾ ਹੱਲ ਕਰਦੇ ਹਾਂ। ਇੱਥੇ ਮੇਰੇ ਕੋਲ ਵੇਵ ਹੈ ਜੋ ਆਮ ਤੌਰ ਤੇ ਇਸ ਦਿਸ਼ਾ ਵੱਲ ਆ ਰਹੀ ਹੈ। ਆਮ ਤੌਰ ਤੇ ਤੁਹਾਡੇ ਕੋਲ ਇੱਕ ਰਿਫਲੈਕਟਿਡ ਵੇਵ ਹੋਵੇਗੀ ਅਤੇ ਫਿਰ ਇੱਕ ਟ੍ਰਾਂਸਮਿਟਿਡ ਵੇਵ ਹੋਵੇਗੀ। ਹੁਣ ਮੇਰੇ ਕੋਲ ਇਹ ਕਪਲਰ ਹੈ ਜੋ ਮੈਂ ਡਰਾਈਵ ਕਰਨਾ ਚਾਹੁੰਦਾ ਹਾਂ। ਇੱਕ ਅਜਿਹੀ ਕੰਡੀਸ਼ਨ ਹੈ ਕਿ ਸਾਰੀ ਐਨਰਜੀ ਖੱਬੇ ਪਾਸੇ ਤੋਂ ਸੱਜੇ ਪਾਸੇ ਜਾਂਦੀ ਹੈ ਅਤੇ ਕੁਝ ਵੀ ਰਿਫਲੈਕਟ ਨਹੀਂ ਹੁੰਦਾ ਹੈ, ਜਿਸ ਦਾ ਮਤਲਬ ਹੈ ਕਿ ਇਹ ਇਸ ਕਪਲਰ ਦੇ ਕੁਝ ਮਾਪਦੰਡਾਂ ਤੇ ਕੁਝ ਕੰਸਟਰੇਂਟ ਪਵੇਗਾ ਜੋ ਬਿਲਕੁਲ ਉਹੀ ਹੈ ਜੋ ਮੈਂ ਡਰਾਈਵ ਕਰਨਾ ਚਾਹੁੰਦਾ ਹਾਂ। ਮੰਨ ਲਓ ਕਿ ਮੇਰੇ ਕੋਲ ਇਸ ਤਰ੍ਹਾਂ ਦੀਆਂ ਦੋ ਬਾਉਂਡਰੀਆਂ ਹਨ, ਇੱਕ x ਬਰਾਬਰ 0 ਤੇ ਦੂਜੀ x ਬਰਾਬਰ L ਤੇ, ਅਤੇ ਇਹ ਇਸ ਰੀਜਨ ਨੂੰ 3 ਮੀਡੀਅਮ ਵਿੱਚ ਵੰਡਦਾ ਹੈ। ਮੇਰੇ ਕੋਲ ਪਹਿਲਾ ਹੋਵੇਗਾ ਜਿਸ ਦੀ ਇੰਪੀਡੈਂਸ Z1 ਹੈ ਜੋ ਕਿ ρ1 C1 ਤੋਂ ਇਲਾਵਾ ਹੋਰ ਕੁਝ ਨਹੀਂ ਹੈ। C1 ਉਸ ਮੀਡੀਅਮ ਵਿੱਚ ਵੇਵ ਦੀ ਫੇਜ਼ ਵੈਲੋਸਿਟੀ ਹੈ। ਅਤੇ ਇਸੇ ਤਰ੍ਹਾਂ ਮੇਰੇ ਕੋਲ Z2 ਹੋਵੇਗਾ ਜੋ ਕਿ ρ2 C2 ਹੈ। ਸਾਰੀਆਂ ਕਤਾਰਾਂ ਲੀਨੀਅਰ ਡੈਂਸਿਟੀ ਹਨ। ਅਤੇ Z3 ρ3 C3 ਹੈ। ਇਹਨਾਂ ਦੋ ਬਾਉਂਡਰੀ ਵਿੱਚ ਇਹ ਦੂਰੀ ਲੰਬਾਈ L ਹੈ ਅਤੇ ਮੈਂ ਵੇਵ ਦੀ ਕੁਝ ਇਸ ਤਰ੍ਹਾਂ ਤਸਵੀਰ ਬਣਾਉਂਦਾ ਹਾਂ। ਆਉਣ ਵਾਲੀ ਵੇਵ ਸਾਡੀ ਆਮ ਰਵਾਇਤ ਅਨੁਸਾਰ ਇਹ ਇੱਕ eiωt-kx ਹੈ ਅਤੇ ਇਹ ਹੋਵੇਗਾ b1 e⁻i ωt ਪਲਸ kx। ਧਿਆਨ ਦਿਓ ਕਿ ਇੱਥੇ ਨਿਸ਼ਾਨ ਵਿੱਚ ਇੱਕ ਅੰਤਰ ਹੈ ਉੱਥੇ k1 x ਅਤੇ ਪਲਸ k1 x ਹੈ ਜੋ ਇਸ ਤੱਥ ਨੂੰ ਦਰਸਾਉਂਦਾ ਹੈ ਕਿ ਦਿਸ਼ਾਵਾਂ ਇੱਕ ਦੂਜੇ ਦੇ ਉਲਟ ਹਨ। ਅਤੇ ਇੱਥੇ ਰੀਜਨ 2 ਵਿੱਚ ਟ੍ਰਾਂਸਮਿਟ ਹੋਣ ਵਾਲੀ ਵੇਵ ਲਈ ਮੇਰੇ ਕੋਲ a2 eiωt ਮਾਈਨਸ k2x ਹੈ। ਅਤੇ ਇਸੇ ਤਰ੍ਹਾਂ ਮੇਰੇ ਕੋਲ ਇੱਕ ਵੇਵਫਾਰਮ ਹੈ ਜੋ x ਬਰਾਬਰ L ਦੀ ਬਾਉਂਡਰੀ ਤੋਂ ਰਿਫਲੈਕਟ ਹੋ ਰਹੀ ਹੈ।
ਅਤੇ ਅੰਤ ਵਿੱਚ ਮੇਰੇ ਕੋਲ ਇੱਕ ਟਰਾਂਸਮਿਟਡ ਵੇਵ ਹੈ। ਅਤੇ ਜੇਕਰ ਤੁਸੀਂ ਇਸ ਬਾਰੇ ਧਿਆਨ ਨਾਲ ਸੋਚਦੇ ਹੋ ਤਾਂ ਤੁਸੀਂ ਵੇਖੋਗੇ ਕਿ ਮੈਨੂੰ ਆਪਣੀ ਟਰਾਂਸਮਿਟਡ ਵੇਵ ਨੂੰ ਇਸ ਰੂਪ ਵਿੱਚ ਲਿਖਣਾ ਪਵੇਗਾ e ਪਾਵਰ I ਓਮੇਗਾ t ਮਾਈਨਸ k3 ਇਨਟੂ x ਮਾਈਨਸ l। ਸਪਸ਼ਟ ਤੌਰ ਤੇ ਇਹ ਇੱਕ ਵੇਵ ਹੈ ਜੋ x ਬਰਾਬਰ l ਤੇ ਓਰੀਜਿਨੇਟ ਹੁੰਦੀ ਹੈ ਅਤੇ ਇਹ ਇਸ ਵੇਵ ਦੇ ਓਰੀਜਿਨ ਦੇ ਅਨੁਸਾਰੀ ਹੋਵੇਗੀ। ਇਸ ਲਈ x ਬਰਾਬਰ l ਤੇ ਇਹ ਬਣ ਜਾਵੇਗਾ ਇਹ 3 e ਪਾਵਰ I ਓਮੇਗਾ t। ਅੰਤ ਵਿੱਚ ਮੈਂ ਜੋ ਕਰਨਾ ਚਾਹੁੰਦਾ ਹਾਂ ਉਹ ਹੈ ਇਸ ਕੁਆਂਟੀਟੀ ਦੇ ਲਈ ਇੱਕ ਐਕਸਪ੍ਰੈਸ਼ਨ ਪ੍ਰਾਪਤ ਕਰਨਾ ਬਾਉਂਡਰੀ ਕੰਡੀਸ਼ਨ ਵਿੱਚੋਂ ਪਹਿਲੀ ਇਹ ਹੈ ਕਿ ਬਾਉਂਡਰੀ ਦੇ ਪਾਰ ਡਿਸਪਲੇਸਮੈਂਟ ਕੰਟੀਨਿਊਅਸ ਹੋਣੇ ਚਾਹੀਦੇ ਹਨ ਅਤੇ ਦੂਜਾ ਇਹ ਕਿ ਬਾਉਂਡਰੀ ਦੇ ਪਾਰ ਟਰਾਂਸਵਰਸ ਫੋਰਸ ਵੀ ਕੰਟੀਨਿਊਅਸ ਹੋਣੇ ਚਾਹੀਦੇ ਹਨ। ਅਸੀਂ ਬਾਉਂਡਰੀ ਕੰਡੀਸ਼ਨ ਦੇ ਇਹਨਾਂ ਦੋ ਸੈੱਟਾਂ ਨੂੰ x ਬਰਾਬਰ 0 ਅਤੇ x ਬਰਾਬਰ l ਦੋਹਾਂ ਬਾਉਂਡਰੀਆਂ ਤੇ ਅਪਲਾਈ ਕਰਾਂਗੇ। ਅਤੇ ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ, ਮੇਰਾ ਮਤਲਬ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇੱਕ A2 A3 B1 ਅਤੇ B2 ਪਰਿਭਾਸ਼ਿਤ ਕਈ ਐਂਪਲੀਟਿਊਡ ਹਨ। ਪਰ ਜਿਵੇਂ ਕਿ ਤੁਸੀਂ ਨੋਟ ਕਰ ਸਕਦੇ ਹੋ ਕਿ ਆਖਰਕਾਰ ਮੈਂ ਜੋ ਚਾਹੁੰਦਾ ਹਾਂ ਇਹ ਸਿਰਫ A3 ਅਤੇ A1 ਦੇ ਵਿਚਕਾਰ ਇੱਕ ਸੰਬੰਧ ਹੈ, ਜਿਸ ਦਾ ਮਤਲਬ ਹੈ ਕਿ ਜਿਵੇਂ ਮੈਂ ਅੱਗੇ ਵਧਾਂਗਾ ਮੈਨੂੰ ਬਾਕੀ ਸਭ ਕੁਝ ਇਲੀਮੀਨੇਟ ਕਰਨਾ ਪਵੇਗਾ, ਨਹੀਂ ਤਾਂ ਮੂਲ ਰੂਪ ਵਿੱਚ A2 B2 ਅਤੇ B1 ਇਹਨਾਂ ਨੂੰ ਸਾਨੂੰ ਖਤਮ ਕਰਨਾ ਹੋਵੇਗਾ। ਮੈਨੂੰ ਪਹਿਲਾਂ ਬਾਉਂਡਰੀ x ਬਰਾਬਰ 0 ਤੇ ਡਿਸਪਲੇਸਮੈਂਟ ਦੇ ਲਈ ਕੰਟੀਨਿਊਟੀ ਅਪਲਾਈ ਕਰਨ ਦਿਓ। ਜੇ ਮੈਂ ਅਜਿਹਾ ਕਰਦਾ ਹਾਂ ਤਾਂ ਮੈਨੂੰ ਹੇਠਾਂ ਦਿੱਤੇ ਐਕਸਪ੍ਰੈਸ਼ਨ ਪ੍ਰਾਪਤ ਹੋਣਗੇ। ਮੈਂ ਪੂਰਾ ਐਕਸਪ੍ਰੈਸ਼ਨ ਲਿਖਿਆ ਹੈ। ਹੁਣ ਤੁਸੀਂ ਇਸ ਕੰਡੀਸ਼ਨ ਵਿੱਚ ਪਾਉਂਦੇ ਹੋ ਕਿ ਇਸ ਨੂੰ x ਬਰਾਬਰ 0 ਤੇ ਮੈਚ ਕਰਨ ਦੀ ਲੋੜ ਹੈ। ਅਤੇ ਜੇਕਰ ਤੁਸੀਂ ਇਸ ਨੂੰ ਪਾਉਂਦੇ ਹੋ ਤਾਂ ਤੁਹਾਡੇ ਕੋਲ ਇਹਨਾਂ ਵਿੱਚੋਂ ਹਰ ਇੱਕ ਵਿੱਚ e ਪਾਵਰ I ਓਮੇਗਾ ਟਰਮ ਰਹਿ ਜਾਵੇਗੀ ਅਤੇ ਇਹ ਸਭ ਕੈਂਸਲ ਹੋ ਜਾਵੇਗਾ ਅਤੇ ਅੰਤ ਵਿੱਚ x ਬਰਾਬਰ 0 ਤੇ ਮੈਂ ਇਹ ਪ੍ਰਾਪਤ ਕਰਨ ਜਾ ਰਿਹਾ ਹਾਂ। ਇਹ A1 ਹੋਣਾ ਚਾਹੀਦਾ ਸੀ ਅਤੇ ਇਹ B1 ਹੋਣਾ ਚਾਹੀਦਾ ਸੀ। ਮੈਂ ਦੁਬਾਰਾ A1 ਪਲਸ B1 ਬਰਾਬਰ A2 ਪਲਸ B2 ਪ੍ਰਾਪਤ ਕਰਨ ਜਾ ਰਿਹਾ ਹਾਂ। ਇਸ ਲਈ ਇਹ ਉਹ ਰਿਲੇਸ਼ਨ ਹੈ ਜੋ ਤੁਹਾਨੂੰ x ਬਰਾਬਰ 0 ਤੇ ਡਿਸਪਲੇਸਮੈਂਟ ਕੰਟੀਨਿਊਅਸ ਹੋਣ ਦੀ ਲੋੜ ਕਰਕੇ ਪ੍ਰਾਪਤ ਹੋਇਆ ਹੈ। ਹੁਣ ਜੇਕਰ ਮੈਨੂੰ ਚਾਹੀਦਾ ਹੈ ਕਿ x ਬਰਾਬਰ 0 ਤੇ ਟਰਾਂਸਵਰਸ ਫੋਰਸ ਕੰਟੀਨਿਊਅਸ ਹੋਵੇ ਤਾਂ ਮੈਨੂੰ ਇੱਕ ਹੋਰ ਰਿਲੇਸ਼ਨ ਮਿਲੇਗਾ। ਇਸ ਦੀ ਲੋੜ ਹੈ ਕਿ ਤੁਸੀਂ ਇਸ ਰਿਲੇਸ਼ਨ ਤੋਂ ਸ਼ੁਰੂ ਕਰੋ ਜੋ ਇੱਥੇ ਦਿੱਤਾ ਗਿਆ ਹੈ ਅਤੇ x ਦੇ ਸੰਬੰਧ ਵਿੱਚ ਡੈਰੀਵੇਟਿਵ ਲਓ ਅਤੇ ਫਿਰ x ਬਰਾਬਰ 0 ਨੂੰ ਸਬਸਟੀਟਿਊਟ ਕਰੋ। ਅਸੀਂ ਇਸ ਪ੍ਰਕਿਰਿਆ ਨੂੰ ਪਿਛਲੇ ਮੋਡਿਊਲ ਵਿੱਚ ਕੀਤਾ ਸੀ। ਮੈਂ ਇਸ ਨੂੰ ਵਿਸਥਾਰ ਵਿੱਚ ਨਹੀਂ ਦੁਹਰਾਵਾਂਗਾ। ਮੈਂ ਸਿੱਧਾ ਨਤੀਜਾ ਲਿਖਾਂਗਾ ਜੋ ਤੁਸੀਂ ਪ੍ਰਾਪਤ ਕਰੋਗੇ। ਮੇਰੇ ਕੋਲ ਇਹਨਾਂ ਕਨਸਟੈਂਟਸ ਨੂੰ ਕਨੈਕਟ ਕਰਨ ਵਾਲਾ ਦੂਜਾ ਰਿਲੇਸ਼ਨ ਹੈ। ਮੈਨੂੰ x ਬਰਾਬਰ l ਤੇ ਵੀ ਸਮਾਨ ਅਭਿਆਸ ਕਰਨ ਦੀ ਲੋੜ ਹੈ। ਤੁਹਾਨੂੰ ਹੇਠਾਂ ਦਿੱਤੇ ਰਿਲੇਸ਼ਨ ਪ੍ਰਾਪਤ ਕਰਨ ਦੇ ਯੋਗ ਹੋਣਾ ਚਾਹੀਦਾ ਹੈ। ਜੇਕਰ ਤੁਸੀਂ ਇਹ ਕੰਡੀਸ਼ਨ ਰੱਖਦੇ ਹੋ ਕਿ ਡਿਸਪਲੇਸਮੈਂਟ ਕੰਟੀਨਿਊਅਸ ਹੋਣੇ ਚਾਹੀਦੇ ਹਨ ਤਾਂ ਤੁਹਾਨੂੰ ਇਹ ਰਿਲੇਸ਼ਨ ਮਿਲੇਗਾ। ਜੇਕਰ ਤੁਸੀਂ ਇਹ ਕੰਡੀਸ਼ਨ ਰੱਖਦੇ ਹੋ ਕਿ ਟਰਾਂਸਵਰਸ ਫੋਰਸ ਕੰਟੀਨਿਊਅਸ ਹੋਣੀ ਚਾਹੀਦੀ ਹੈ ਤਾਂ ਤੁਹਾਨੂੰ ਇਹ ਦੂਜਾ ਰਿਲੇਸ਼ਨ ਮਿਲੇਗਾ। ਹੁਣ ਮੇਰੇ ਕੋਲ ਇਹ ਚਾਰ ਰਿਲੇਸ਼ਨ ਹਨ। ਮੈਨੂੰ ਇਸ ਨੂੰ ਇਸ ਤਰੀਕੇ ਨਾਲ ਕਰਨ ਦੀ ਲੋੜ ਹੈ ਕਿ ਮੈਂ ਇਹ 3 ਅਤੇ ਇਹ 1 ਨੂੰ ਰਿਲੇਟ ਕਰ ਸਕਾਂ, ਜਿਸ ਦਾ ਮਤਲਬ ਹੈ ਕਿ ਮੈਨੂੰ ਇਹਨਾਂ ਚਾਰ ਇਕੁਏਸ਼ਨਾਂ ਵਿੱਚੋਂ B1, B2 ਅਤੇ A2 ਨੂੰ ਇਲੀਮੀਨੇਟ ਕਰਨ ਦੀ ਲੋੜ ਹੈ, ਜੋ ਸਾਨੂੰ ਕਰਨਾ ਚਾਹੀਦਾ ਹੈ। ਇਸ ਲਈ ਸ਼ੁਰੂ ਕਰਨ ਲਈ ਇਹਨਾਂ ਦੋ ਇਕੁਏਸ਼ਨਾਂ ਨੂੰ ਲਿਖੋ। B1 ਨੂੰ ਇਲੀਮੀਨੇਟ ਕਰੋ ਅਤੇ ਇਸ ਨੂੰ A2 ਅਤੇ B2 ਦੇ ਰੂਪ ਵਿੱਚ ਲਿਖੋ। ਅਤੇ ਇਸੇ ਤਰ੍ਹਾਂ ਤੁਸੀਂ ਇਕੁਏਸ਼ਨ ਦੇ ਦੂਜੇ ਸੈੱਟ ਤੇ ਜਾਂਦੇ ਹੋ। A2 ਅਤੇ B2 ਦੇ ਰੂਪ ਵਿੱਚ A3 ਲਿਖਦੇ ਹੋ ਅਤੇ ਅੰਤ ਵਿੱਚ ਅਸੀਂ ਬੇਸ਼ੱਕ A1 ਅਤੇ A3 ਨੂੰ ਰਿਲੇਟ ਕਰਾਂਗੇ। ਜੇਕਰ ਮੈਂ ਇਸ ਪ੍ਰਕਿਰਿਆ ਨੂੰ ਪੂਰਾ ਕਰਦਾ ਹਾਂ ਤਾਂ ਇਹ ਇਸ ਤਰ੍ਹਾਂ ਕੰਮ ਕਰੇਗਾ। ਉਦਾਹਰਣ ਲਈ ਇਕੁਏਸ਼ਨਾਂ ਦੇ ਇਹਨਾਂ ਦੋ ਸੈੱਟਾਂ ਵਿੱਚੋਂ B1 ਨੂੰ ਹਟਾਉਣ ਨਾਲ ਮੈਨੂੰ ਹੇਠਾਂ ਲਿਖੀ ਇਕੁਏਸ਼ਨ ਮਿਲੇਗੀ। ਇਸ ਲਈ ਮੈਂ ਤੁਹਾਨੂੰ ਇਸ ਨੂੰ ਆਪਣੇ ਆਪ ਕਰਨ ਲਈ ਬੇਨਤੀ ਕਰਦਾ ਹਾਂ। ਇਹ ਸਧਾਰਨ ਸਿੱਧੀ ਮੈਨੀਪੂਲੇਸ਼ਨ ਹੈ ਜਿਸ ਵਿੱਚ ਕੋਈ ਟਰਿਕ ਸ਼ਾਮਿਲ ਨਹੀਂ ਹੈ। ਹੁਣ ਮੇਰੇ ਕੋਲ ਇਹ ਇਕੁਏਸ਼ਨ ਹੈ ਜੋ A1, A2 ਅਤੇ B2 ਨੂੰ ਰਿਲੇਟ ਕਰਦੀ ਹੈ ਅਤੇ
ਇੱਕ ਸ਼ੋਰਟ ਹੈਂਡ ਨੋਟੇਸ਼ਨ ਇਹ ਹੈ ਕਿ R12 ਬਰਾਬਰ ਹੈ Z1/Z2। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ B1 eliminate ਹੋ ਗਿਆ ਹੈ ਅਤੇ ਸਾਨੂੰ ਇਕੁਏਸ਼ਨਾਂ ਦਾ ਇਹ ਸੈੱਟ ਮਿਲਦਾ ਹੈ। ਅੰਤ ਵਿੱਚ ਇਹ ਐਕਸਪ੍ਰੈਸ਼ਨ ਹੈ ਜੋ ਮੈਨੂੰ ਮਿਲਦੀ ਹੈ ਜੋ ਇਹ 1 ਅਤੇ ਇਹ 3 ਨੂੰ ਰਿਲੇਟ ਕਰਦੀ ਹੈ ਅਤੇ ਇੱਥੇ R12 into R23 R13 ਦੇ ਬਰਾਬਰ ਹੋਵੇਗਾ ਅਤੇ ਸਿਰਫ R12 ਅਤੇ R23 ਦੇ ਵੈਲਿਊ ਸਬਸਟੀਟਿਊਟ ਹੋਣਗੇ। ਤੁਸੀਂ ਇਸ ਨੂੰ Z1/Z3 ਦੇ ਰੂਪ ਵਿੱਚ ਪ੍ਰਾਪਤ ਕਰਨ ਦੇ ਯੋਗ ਹੋਵੋਗੇ। ਉਹ ਕੁਆਂਟੀਟੀ ਜਿਸ ਦੀ ਸਾਨੂੰ ਲੋੜ ਹੈ ਉਹ ਇਹ 3/1 ਹੋਲ ਸਕੁਏਅਰ ਹੈ। ਇਹ ਇੱਥੋਂ ਸਿੱਧੇ ਤੌਰ ਤੇ ਆਉਂਦਾ ਹੈ। ਮੈਨੂੰ ਇਹ 3/1 ਹੋਲ ਸਕੁਏਅਰ ਨੂੰ ਲਿਖਣ ਦੇ ਯੋਗ ਹੋਣਾ ਚਾਹੀਦਾ ਹੈ ਅਤੇ ਇਹ ਬਰਾਬਰ ਹੋਵੇਗਾ 2R13। ਬੇਸ਼ੱਕ ਇਹ ਸਾਰਾ ਹੋਲ ਸਕੁਏਅਰ 2R13 ਬਟਾ ਇਹ ਕੁਆਂਟੀਟੀ ਇਸ ਸਕੁਏਅਰ ਬ੍ਰੈਕਟ ਦੇ ਅੰਦਰ ਅਤੇ ਇਸ ਸਭ ਦਾ ਹੋਲ ਸਕੁਏਅਰ। ਹੁਣ ਮੈਂ ਵਾਪਸ ਜਾ ਸਕਦਾ ਹਾਂ ਜੋ ਮੈਂ ਇੱਥੋਂ ਪ੍ਰਾਪਤ ਕਰਨਾ ਚਾਹੁੰਦਾ ਸੀ ਅਤੇ ਇਹ Z3 ਬਾਏ Z1 ਮਲਟੀਪਲਾਈ ਬਾਏ 3 ਸਕੁਏਅਰ ਬਾਏ 1 ਸਕੁਏਅਰ ਦੇ ਇਕੁਅਲ ਹੈ। ਅਤੇ ਹੁਣ ਸਾਡੇ ਕੋਲ ਇਹ 3 ਸਕੁਏਅਰ ਬਾਏ 1 ਸਕੁਏਅਰ ਦੇ ਲਈ ਇਹ ਐਕਸਪ੍ਰੈਸ਼ਨ ਹੈ। ਅਸੀਂ ਇੱਥੇ ਜੋ ਕੁਝ ਪ੍ਰਾਪਤ ਕੀਤਾ ਹੈ ਉਸ ਤੋਂ ਅਸੀਂ ਇਹ 3/1 ਹੋਲ ਸਕੁਏਅਰ ਲਈ ਸਬਸਟੀਟਿਊਟ ਕਰ ਸਕਦੇ ਹਾਂ। ਪਰ ਅਸੀਂ ਅਜਿਹਾ ਕਰਨ ਤੋਂ ਪਹਿਲਾਂ ਮੈਂ ਤੁਹਾਡਾ ਧਿਆਨ ਇਸ ਗੱਲ ਵੱਲ ਤੇ ਦਿਵਾਉਣਾ ਚਾਹਾਂਗਾ ਕਿ ਇੱਥੇ ਡਿਨੋਮੀਨੇਟਰ ਵਿੱਚ ਕੀ ਆਵੇਗਾ ਜੋ ਸਿਰਫ ਇਹ ਕੁਆਂਟੀਟੀ ਹੋਵੇਗੀ। ਤੁਹਾਡੇ ਕੋਲ ਉੱਥੇ ਇੱਕ ਕੋਸਾਈਨ ਟਰਮ ਹੈ ਅਤੇ ਉੱਥੇ ਸਾਈਨ ਟਰਮ ਹੈ। ਹੁਣ ਜੇਕਰ ਮੈਂ ਹੇਠ ਲਿਖੀਆਂ ਚੋਇਸ ਕਰਦਾ ਹਾਂ, ਜੇਕਰ ਮੈਂ L ਨੂੰ ਲੈਂਬਡਾ 2/4 ਕੋਸ ਕੇ 2L 0 ਅਤੇ ਸਾਈਨ ਕੇ 2L ਲੈਂਦਾ ਹਾਂ ਤਾਂ L 1 ਦੇ ਬਰਾਬਰ ਹੋਵੇਗਾ। ਉਸ ਸਥਿਤੀ ਵਿੱਚ ਸਾਡੇ ਕੋਲ ਜੋ ਹੈ ਉਹ ਹੈ Z3 ਇਹ 3 ਸਕੁਏਅਰ ਡਿਵਾਈਡ ਬਾਏ Z1 ਇਹ 1 ਸਕੁਏਅਰ ਜੋ ਬਰਾਬਰ ਹੋਵੇਗਾ 4 R13 ਡਿਵਾਈਡ ਬਾਏ R12 ਪਲਸ R23 ਹੋਲ ਸਕੁਏਅਰ ਅਤੇ ਇਹ 1 ਦੇ ਬਰਾਬਰ ਹੋਣਾ ਚਾਹੀਦਾ ਹੈ। ਇਹ ਉਹ ਕੰਡੀਸ਼ਨ ਹੈ ਜੋ ਅਸੀਂ ਰੱਖੀ ਹੈ ਕਿ ਟ੍ਰਾਂਸਮਿਟਡ ਐਨਰਜੀ ਇਨਸੀਡੈਂਟ ਐਨਰਜੀ ਦੇ ਬਰਾਬਰ ਹੋਣੀ ਚਾਹੀਦੀ ਹੈ ਅਤੇ ਇਹ 1 ਉਸ ਕੰਡੀਸ਼ਨ ਨੂੰ ਦਰਸਾਉਂਦਾ ਹੈ ਅਤੇ ਇਹ ਉਦੋਂ ਹੁੰਦਾ ਹੈ ਜਦੋਂ R12 R23 ਦੇ ਬਰਾਬਰ ਹੁੰਦਾ ਹੈ। ਇਸ ਲਈ R12 ਬਰਾਬਰ ਹੈ R23। ਜੇਕਰ ਤੁਸੀਂ ਪਿੱਛੇ ਜਾ ਕੇ ਦੇਖਦੇ ਹੋ ਕਿ R12 ਕੀ ਹੈ ਅਤੇ R23 ਸਾਨੂੰ ਦੱਸਣ ਜਾ ਰਿਹਾ ਹੈ ਕਿ ਇਸ ਕੰਡੀਸ਼ਨ ਨੂੰ ਸੰਤੁਸ਼ਟ ਕਰਨ ਦੀ ਲੋੜ ਹੈ Z1/Z2 ਬਰਾਬਰ ਹੋਣਾ ਚਾਹੀਦਾ ਹੈ Z2/Z3 ਬਰਾਬਰ ਤੌਰ ਤੇ Z2 ਸਕੁਏਅਰ Z1 Z3 ਦੇ ਬਰਾਬਰ ਹੈ ਜਾਂ Z2 Z1 Z3 ਦੇ ਸਕੁਏਅਰ ਰੂਟ ਦੇ ਬਰਾਬਰ ਹੋਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਕਪਲਿੰਗ ਮੀਡੀਅਮ ਦੀ ਲੰਬਾਈ ਲੈਂਬਡਾ 2/4 ਦੇ ਬਰਾਬਰ ਹੋਣੀ ਚਾਹੀਦੀ ਹੈ। ਇਹਨਾਂ ਦੋਨਾਂ ਕੰਡੀਸ਼ਨਾਂ ਨੂੰ ਇਕੱਠੇ ਮਿਲ ਕੇ ਇੰਪੀਡੈਂਸ ਮੈਚਿੰਗ ਕੰਡੀਸ਼ਨਾਂ ਕਿਹਾ ਜਾਵੇਗਾ। ਇਹ ਮੈਨੂੰ ਦੱਸਦੀ ਹੈ ਮਿਡਲ ਮੀਡੀਅਮ ਜਾਂ ਸੈਂਟਰਲ ਮੀਡੀਅਮ ਦੀ ਇੰਪੀਡੈਂਸ। ਤੁਹਾਡੇ ਕੋਲ 3 ਮੀਡੀਅਮ ਸਨ, ਇੱਕ ਖੱਬੇ ਪਾਸੇ ਇੱਕ ਸੱਜੇ ਪਾਸੇ ਹੈ ਅਤੇ ਇਹਨਾਂ ਦੋਵਾਂ ਦੇ ਵਿਚਕਾਰ ਇੱਕ ਵਿਚਕਾਰਲਾ ਮੀਡੀਅਮ ਸੀ ਜਿਸ ਦਾ ਇੰਪੀਡੈਂਸ Z2 ਸੀ। ਜੇਕਰ ਤੁਸੀਂ Z2 ਨੂੰ Z1 Z3 ਦਾ ਸਕੁਏਅਰ ਰੂਟ ਚੁਣਦੇ ਹੋ ਅਤੇ ਤੁਸੀਂ ਉਸ ਮੀਡੀਅਮ ਦੀ ਲੰਬਾਈ ਨੂੰ ਲੈਂਬਡਾ 2/4 ਚੁਣਦੇ ਹੋ ਤਾਂ ਇਸ ਕੇਸ ਵਿੱਚ ਤੁਸੀਂ ਇੰਪੀਡੈਂਸ ਨੂੰ ਮੈਚ ਕਰ ਸਕਦੇ ਹੋ। ਅਭਿਆਸ ਵਿੱਚ ਇਸ ਦਾ ਮਤਲਬ ਹੈ ਕਿ ਖੱਬੇ ਤੋਂ ਆਉਣ ਵਾਲੀ ਸਾਰੀ ਐਨਰਜੀ ਬਿਨਾਂ ਕਿਸੇ ਨੁਕਸਾਨ ਦੇ ਪੂਰੀ ਤਰ੍ਹਾਂ ਟ੍ਰਾਂਸਮਿਟ ਹੋਵੇਗੀ। ਅਜਿਹੀ ਸਥਿਤੀ ਵਿੱਚ ਕੋਈ ਰਿਫਲੈਕਟਡ ਕੰਪੋਨੈਂਟ ਨਹੀਂ ਹੋਵੇਗਾ। ਇਸ ਲਈ ਇਸ ਦੇ ਨਾਲ ਮੈਂ ਇਸ ਮੋਡਿਊਲ ਨੂੰ ਬੰਦ ਕਰ ਦਿਆਂਗਾ ਅਤੇ ਅਗਲੇ 2 ਮੋਡਿਊਲ ਵਿੱਚ ਕੁਝ ਪ੍ਰੋਬਲਮਸ ਦੇ ਨਾਲ ਜਾਰੀ ਰੱਖਾਂਗਾ।